ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਅੱਜ ਅਸੀਂ ਉਹਨਾਂ ਦੀ ਅਗਲੀ ਸਾਖੀ ਸੰਗੀਆਂ ਨੂੰ ਅਲੌਕਿਕ ਦਰਸ਼ਨ, ਸਰਦਾਰ ਰਘੁਬੀਰ ਸਿੰਘ ਜੀ ਨਰੂਲਾ ਦੀ ਲਿਖਤ। ਜਿਸ ਦਿਨ ਬਾਬਾ ਜੀ ਨੇ ਅੰਮ੍ਰਿਤ ਵੇਲੇ 3:30 ਵਜੇ ਕਰੀਬ ਅਗੰਮਪੁਰੇ ਪਿਆਨੇ ਕੀਤੇ, ਦਾਸ ਨੂੰ ਤਕਰੀਬਨ ਉਸੇ ਵਕਤ ਇਹ ਸੁਪਨਾ ਅਜਬ ਜਿਹੇ ਨਜ਼ਾਰੇ ਵਿੱਚ ਆਇਆ। ਇੱਕ ਬਾਵਲੀ ਹੈ ਜਿਸ ਦੇ ਦਰਮਿਆਨ ਸੰਗਮਰਮਰ ਦੀ ਥੜਾ ਬਣਿਆ ਹੈ। ਅਚਾਨਕ ਬਾਬਾ ਜੀ ਪ੍ਰਗਟ ਹੋਏ ਤੇ ਹੱਥ ਕੁਝ ਉਠਾ ਕੇ ਫਰਮਾਇਆ, ਅੱਛਾ, ਵਾਹ ਵਾਹ ਵਾਹ, ਅਸੀਂ ਕਹਿੰਦੇ ਸਾਂ ਕੁਝ ਕਰ ਲਓ, ਕੁਝ ਕਰ ਲਓ। ਇਸ ਤਰ੍ਹਾਂ ਭਾਈ ਮਾਨ ਸਿੰਘ ਜੀ ਦੀ ਲਿਖਤ ਅਨੁਸਾਰ ਉਸ ਰਾਤ ਮੇਰੀ ਸਿਹਤ ਠੀਕ ਨਹੀਂ ਸੀ। ਰਾਤ ਨੂੰ ਕੱਚੇ ਭੌਰੇ ਵਿੱਚ ਕਿੱਕਰਾਂ ਦੇ ਹੇਠਾਂ ਆਰਾਮ ਕੀਤਾ। ਅੱਧੀ ਰਾਤ ਸ਼ੇਰਪੁਰੇ ਦਾ ਰਤਨ ਸਿੰਘ ਸਰਦਾਰ ਜੋਰਾਵਰ ਸਿੰਘ ਭਦੌੜ ਨੂੰ ਬੁਲਾ ਕੇ ਲੈ ਗਿਆ ਕਿ ਵੱਡੇ ਡਾਕਟਰ ਨੂੰ ਲੈ ਕੇ ਆਉਣਾ ਹੈ। ਤਕਰੀਬਨ 2:30 ਵਜੇ ਦਾ ਟਾਈਮ ਸੀ। ਮੈਂ ਸੁੱਤਾ ਪਿਆ ਸੀ। ਮੇਰੇ ਪੈਰਾਂ 'ਤੇ ਜਿਵੇਂ ਕਿਸੇ ਜਾਨਵਰ ਨੇ ਦੰਦ ਮਾਰਿਆ ਹੁੰਦਾ ਹੈ। ਘਬਰਾਹਟ ਹੋਈ, ਪਰੇਸ਼ਾਨ ਜਿਹਾ ਹੋ ਕੇ ਮੈਂ ਫੇਰ ਸੌ ਗਿਆ। ਫਿਰ ਬਾਬਾ ਜੀ ਦੇ ਦਰਸ਼ਨ ਹੋਏ। ਫੁਰਮਾਉਂਦੇ ਹਨ, ਅਸੀਂ ਸੱਚਖੰਡ ਨੂੰ ਚੱਲੇ ਹਾਂ, ਆਪਣਾ ਸਰੂਪ ਛੱਡ ਗਏ ਹਾਂ, ਸੰਗਤ ਜ਼ਰੂਰ ਕਰਿਆ ਕਰੀ। ਮੈਨੂੰ ਕੋਈ ਹੋਸ਼ ਨਹੀਂ ਸੀ। ਫਿਰ ਕੀ ਬਣਿਆ? ਦਿਨ ਚੜ੍ਹੇ ਕੀਰਤਨ ਵਿੱਚ ਗਿਆ। ਰਾਗੀ ਸਿੰਘ ਬਰਾਦਰੀ ਵੱਲ ਮੂੰਹ ਕਰਕੇ ਸ਼ਬਦ ਪਏ ਪੜ੍ਹਦੇ ਸਨ। ਇਸੇ ਦਿਨ ਦਿੱਲੀ ਦੀ ਬੀਬੀ ਚਰਨ ਕੌਰ ਜੀ ਨੂੰ ਜੋ ਦ੍ਰਿਸ਼ ਵਿਖਾਇਆ ਗਿਆ, ਉਸ ਦਾ ਵਰਣਨ ਹੱਡਬੀਤੀਆਂ ਵਿੱਚ ਹੈ। ਕੁਝ ਪਹਿਲੇ ਇਸ਼ਾਰੇ। ਸਰਦਾਰ ਰਤਨ ਸਿੰਘ ਅਨੁਸਾਰ ਆਖਰੀ 6 ਮਹੀਨਿਆਂ ਤੋਂ ਪਹਿਲਾਂ ਕਈ ਵੇਰੀ ਭਾਈ ਨੱਥਾ ਸਿੰਘ ਤੇ ਮੇਰੇ ਨਾਲ ਇਹ ਬਚਨ ਕੀਤਾ ਕਿ ਜੇ ਅਸੀਂ ਬੈਠੇ ਹੋਈਏ ਤੇ ਤੁਹਾਨੂੰ ਹਾਕ ਪੈ ਜਾਵੇ, ਭਾਵ ਦਰਗਾਹੋਂ ਸੱਦਾ ਆ ਜਾਵੇ, ਤਾਂ ਕੀ ਕਰੋਗੇ ਉਸ ਵੇਲੇ? ਅਸੀਂ ਕਿਹਾ, ਸਾਨੂੰ ਕੀ ਪਤਾ ਹੈ ਕਿ ਅਸੀਂ ਆਏ ਕਿੱਥੋਂ ਤੇ ਜਾਣਾ ਕਿੱਥੇ ਹੈ, ਤੁਸੀਂ ਹੀ ਸੁਮਤ ਬਖਸ਼ੋ। ਫੇਰ ਕਹਿਣਾ, ਭਲਾ ਕੀ ਹੈ, ਜੇ ਮਾਲਕ ਦੀ ਇਵੇਂ ਰਜ਼ਾ ਹੋਵੇ ਕਿ ਤੁਹਾਨੂੰ ਬੈਠੇ ਹੋਏ ਤੇ ਸਾਨੂੰ ਪੈ ਜਾਵੇ ਹਾਕ, ਤਾਂ ਅਖੀਰ ਦਾ ਦਾਹ ਸੰਸਕਾਰ ਕਿਵੇਂ ਕਰੋਗੇ? ਵਿੱਚੋਂ ਦੱਸਣੀ ਗੱਲ ਇੱਕ ਵਾਰੀ ਨਹੀਂ, ਕਈ ਵਾਰੀ ਸਮੇਂ ਸਿਰ ਕਰਦੇ ਰਹੇ। ਫਿਰ ਜੇ ਤਾਂ ਸਾਥੋਂ ਪਹਿਲਾਂ ਤੁਹਾਨੂੰ ਹਾਕ ਪੈ ਜਾਵੇ ਤਾਂ ਕਿਸੇ ਘਰ ਦੇ ਮਤਬਰ ਨੂੰ ਕਹਿ ਦੇਣਾ ਕਿ ਸਾਡੀਆਂ ਤੁਹਾਡੀਆਂ 2 ਅਸਥੀਆਂ ਸਾਡੇ ਪਾਸ ਦੁਸਹਿਰੇ ਤੋਂ ਪਹਿਲਾਂ ਪਹੁੰਚਾ ਦੇਣੀਆਂ। ਫਿਰ ਤੁਹਾਡੇ ਸਾਰੇ ਹਿਸਾਬ ਕਿਤਾਬ ਦੇ ਅਸੀਂ ਜ਼ਿੰਮੇਵਾਰ ਹਾਂ। ਜਦੋਂ ਵੀ ਅਸੀਂ ਦਰਗਾਹ ਨੂੰ ਜਾਵਾਂਗੇ ਤਾਂ ਤੁਹਾਡੀਆਂ ਰੂਹਾਂ ਸਾਡੇ ਨਾਲ ਜਾਣਗੀਆਂ। ਪਰ ਜੇ ਸਾਨੂੰ ਹਾਕ ਪੈ ਜਾਵੇ ਤੇ ਤੁਸੀਂ ਬੈਠੇ ਹੋਵੇ ਤਾਂ ਇੱਕ ਪਾਲਕੀ ਬਣਾ ਲੈਣੀ ਲੱਕੜੀ ਦੀ, ਜਿਸ ਦੇ ਵਿੱਚ ਆਦਮੀ ਲੰਮਾ ਪੈ ਸਕੇ, ਤੇ ਸਤਲੁਜ ਦਰਿਆ ਦੇ ਸਿੱਧਵਾਂ ਪੱਤਨ ਪਰ ਇਸ ਸਰੀਰ ਨੂੰ ਜਲ ਪ੍ਰਵਾਹ ਕਰ ਦੇਣਾ। ਕਿਸ਼ਤੀ ਬਣਾ ਕੇ ਉਸ ਦੇ 2 ਹਿੱਸੇ ਕਰ ਲੈਣੇ। ਇੱਕ ਹਿੱਸੇ ਵਿੱਚ ਰੇਤੇ ਦੀਆਂ ਬੋਰੀਆਂ ਜਾਂ ਪੱਥਰ ਰੋੜੇ ਪਾ ਲੈਣੇ ਤੇ ਦੂਜੇ ਵਿੱਚ ਸਰੀਰ ਨੂੰ ਲਿਟਾ ਦੇਣਾ। ਜਿੱਥੇ ਦਰਿਆ ਦਾ ਪਾਣੀ ਚੱਕਰ ਕਰਦਾ ਹੈ ਜਾਂ ਜਿੱਥੇ ਨੀਲੇ ਰੰਗ ਦਾ ਪਾਣੀ ਹੋਵੇ, ਉੱਥੇ ਪਾਣੀ ਬੜਾ ਡੂੰਘਾ ਹੁੰਦਾ ਹੈ। ਉੱਥੇ ਕਿਸ਼ਤੀ ਨੂੰ ਇੱਕ ਵੱਡੀ ਬੇੜੀ ਵਿੱਚ ਬੰਨ੍ਹ ਕੇ ਲੈ ਜਾਣਾ ਤੇ ਛੱਡ ਦੇਣਾ। ਲੋਕ ਤੁਹਾਨੂੰ ਬਹੁਤ ਕੁਝ ਕਹਿਣਗੇ ਕਿ ਪਾਣੀ ਥੋੜ੍ਹਾ ਹੈ, ਫਿਰੋਜ਼ਪੁਰ ਲੈ ਚੱਲੀਏ, ਪਰ ਤੁਸੀਂ ਮੰਨਿਓ ਨਾ। ਜਦ ਅਸੀਂ ਜਲ ਪ੍ਰਵਾਹ ਦੀ ਬਾਬਤ ਹੋਰ ਪੁੱਛਿਆ ਤਾਂ ਫਰਮਾਉਣ ਲੱਗੇ ਕਿ ਅਭਿਆਸੀਆਂ ਦੇ ਪ੍ਰਾਣ 48 ਘੰਟਿਆਂ ਤੱਕ ਸਰੀਰ ਵਿੱਚ ਰਹਿੰਦੇ ਹਨ, ਜੋ ਜਲ ਦੀ ਠੰਡਕ ਨਾਲ ਹੌਲੀ ਹੌਲੀ ਸ਼ਾਂਤ ਹੁੰਦੇ ਹਨ। ਪਰ ਜੇ ਦਾਹ ਸੰਸਕਾਰ ਕਰਨ ਲਈ ਅੰਗੀਠਾ ਬਣਾਇਆ ਜਾਵੇ ਤਾਂ ਸੰਸਕਾਰ ਕਰਨ ਸਮੇਂ ਕਪਾਲ ਕਿਰਿਆ ਕਰਨ ਤੇ ਪ੍ਰਾਣ ਨਿਕਲਦੇ ਹਨ ਤੇ ਬੜਾ ਭੜਾਕ ਪੈਂਦਾ ਹੈ। ਇਸ ਲਈ ਜਲ ਪ੍ਰਵਾਹ ਕਰਨਾ
ਇਹ ਸਤੋਗੁਣੀ ਢੰਗ ਹੈ, ਕਿਉਂਕਿ ਉਸ ਨਾਲ ਪ੍ਰਾਣ ਹੌਲੀ-ਹੌਲੀ ਨਿਕਲਦੇ ਹਨ। ਇਸ ਤੋਂ ਛੁੱਟ ਮ੍ਰਿਤਕ ਸਰੀਰ ਜਲ ਵਿਚਲੇ ਜੀਵ ਜੰਤੂਆਂ ਦੇ ਕੰਮ ਆਉਂਦਾ ਹੈ। ਇੱਕ ਹੋਰ ਵੀ ਗੱਲ ਹੈ, ਜੇ ਤੁਸੀਂ ਇੱਥੇ ਸੰਸਕਾਰ ਕੀਤਾ ਤਾਂ ਕਿਸੇ ਨਾ ਕਿਸੇ ਸਮਾਧੀ ਬਣਾ ਦੇਣੀ ਹੈ ਤੇ ਲੋਕਾਂ ਨੂੰ ਪ੍ਰੇਰ ਕੇ ਪੁਜਾਰੀਆਂ ਵਾਂਗ ਪੈਸੇ ਬਟੋਰਨੇ ਸ਼ੁਰੂ ਕਰ ਦੇਣੇ ਹਨ। ਚੰਗਾ ਹੈ ਕਿ ਰੱਸਾ ਚੱਕਿਆ ਤੇ ਲੀਕ ਮਿਟੀ। ਅਸੂਲ ਗੱਲ ਤਾਂ ਇਹ ਹੈ ਕਿ ਸਿੱਖ ਦੀ ਯਾਦਗਾਰ ਹੋਣੀ ਹੀ ਨਹੀਂ ਚਾਹੀਦੀ। ਸਾਲ ਭਰ ਭਾਵੇਂ ਕਹੋਗੇ ਕਿ ਇੱਥੇ ਜਲ ਪ੍ਰਵਾਹ ਕੀਤਾ ਸੀ, ਪਰ ਦਰਿਆ ਸਿੱਧਾ ਕਦੇ ਨਹੀਂ ਚੱਲਣਾ, ਅੱਗੇ ਪਿੱਛੇ ਹੋ ਜਾਂਦਾ ਹੈ ਤੇ ਇਵੇਂ ਗੱਲ ਮਿਟ ਜਾਂਦੀ ਹੈ। ਭਾਈ ਸੰਤ ਹਰਨਾਮ ਸਿੰਘ ਜੀ ਦੀ ਲਿਖਤ ਅਨੁਸਾਰ ਫਰਵਰੀ 1943 ਦੀ ਪੂਰਨਮਾਸ਼ੀ ਵਾਲੇ ਦਿਨ ਬਾਬਾ ਜੀ ਨੇ ਬਚਨ ਕੀਤਾ ਸੀ ਕਿ ਅਸੀਂ ਸਰੀਰ ਛੱਡ ਜਾਣਾ ਹੈ, ਸਰੀਰ ਦਾ ਸੰਸਕਾਰ ਨਹੀਂ ਕਰਨਾ, ਸਾਡੇ ਫੁੱਲਾਂ ਤੇ ਰਾਖ ਰਾਹੀਂ ਕੋਈ ਅਸਥਾਨ ਨਾ ਬਣੇ। ਇਸ ਲਈ ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰਨਾ। ਉਸ ਵੇਲੇ ਬਾਬਾ ਜੀ ਨੇ ਭੂਮੀਏ ਚੋਰ ਦੀ ਸਾਖੀ ਵੀ ਸੁਣਾਈ। ਦਾਸ ਉਸ ਵਕਤ ਮੌਜੂਦ ਸੀ। ਦਾਸ ਨੇ ਖੁਦ ਬਚਨ ਸੁਣੇ। ਸਰੀਰ ਛੱਡਣ ਤੇ ਲਗਭਗ 1 ਮਹੀਨਾ ਹੀ ਸਰਦਾਰ ਗੁਰਦਿਆਲ ਸਿੰਘ ਹੋਰਾਂ ਨੂੰ ਜਲ ਪ੍ਰਵਾਹ ਕਰਨ ਦੀ ਬਾਬਤ ਤੇ ਪੈਟਰੋਲ ਜਮ੍ਹਾਂ ਕਰਨ ਲਈ ਹਦਾਇਤ ਕਰ ਦਿੱਤੀ, ਕਿਉਂਕਿ ਓਨੀ ਦਿਨੀ ਕੂਪਨਾਂ ਤੇ ਮਿਲਦਾ ਸੀ। ਸਭ ਪਾਸਿਓਂ ਵਹੀਰਾਂ ਅੰਤਮ ਦਰਸ਼ਨਾਂ ਲਈ। ਬਾਬਾ ਜੀ ਦੀ ਬਿਮਾਰੀ ਤੇ ਫਿਰ ਸੱਚਖੰਡ ਪਿਆਨਾ ਕਰਨ ਦੀ ਖਬਰ ਸਭ ਪਾਸੇ ਇੱਕ ਸੱਜਣ ਅਨੁਸਾਰ ਵਾਇਰਲੈਸ ਵਾਂਗ ਫੈਲ ਗਈ। ਦਿੱਲੀ ਤੋਂ ਸਰਦਾਰ ਸਾਧੂ ਸਿੰਘ, ਬਾਬਾ ਲਕਸ਼ਮਣ ਸਿੰਘ, ਠਾਕੁਰ ਸਿੰਘ, ਸਰਦਾਰ ਅਵਤਾਰ ਸਿੰਘ ਸਾਰੇ ਪਰਿਵਾਰਾਂ ਸਹਿਤ ਰਾਤ ਨੂੰ ਹੀ ਚੱਲ ਪਏ ਸਨ ਤੇ ਅਗਲੇ ਦਿਨ ਭਾਨਾਵਰਤ ਜਾਣ ਦੀ ਧਾਰ ਪੁੱਜਣ ਤੇ ਸਰਦਾਰ ਕਨ੍ਹਈਆ ਸਿੰਘ, ਸਰਦਾਰ ਕਰਤਾਰ ਸਿੰਘ ਸੁਪਤਨੀ ਸਹਿਤ ਟੈਕਸੀ ਕਰਕੇ ਟੁਰ ਤਾਂ ਪਏ, ਪਰ ਉਹ ਸ਼ਾਮ ਤੋਂ ਪਹਿਲਾਂ ਨਾ ਪੁੱਜੇ। ਸਰਦਾਰ ਸਾਧੂ ਸਿੰਘ ਹੋਰਾਂ ਨੂੰ ਤਾਂ ਸਵੇਰੇ ਲੁਧਿਆਣੇ ਪਤਾ ਲੱਗ ਗਿਆ ਕਿ ਬਾਬਾ ਜੀ ਸੱਚਖੰਡ ਪਧਾਰ ਗਏ ਹਨ। ਬਾਬਾ ਜੀ ਦੀ ਪਾਵਨ ਦੇਹ ਨੂੰ ਇੱਕ ਨੀਵੇਂ ਜਿਹੇ ਤਖਤ ਪੋਸ਼ ਤੇ ਬਾਰਾਦਰੀ ਵਿੱਚ, ਜਿੱਥੇ ਅੱਜ ਕੱਲ੍ਹ ਵੱਡੇ ਆਕਾਰ ਦੀ ਹੱਥ ਬਣੀ ਤਸਵੀਰ ਸੁਸ਼ੋਭਿਤ ਹੈ, ਬਿਰਾਜਮਾਨ ਕਰਾਇਆ ਗਿਆ। ਰੁੱਤ ਭਾਦਰੋਂ ਦੀ ਹੋਣ ਕਰਕੇ ਸਾਰੇ ਪਾਸੇ ਬਰਫ਼ ਲਗਾਈ ਹੋਈ ਸੀ ਤੇ ਸੰਗਤਾਂ ਜੋ ਹਿਰਦੇ ਵੇਦ ਖਬਰ ਸੁਣ ਕੇ ਸਾਰੇ ਪਾਸਿਆਂ ਤੋਂ ਵਹੀਰਾਂ ਪਾ ਕੇ ਆ ਰਹੀਆਂ ਸਨ। ਬਾਰਾਦਰੀ ਦੇ ਇਰਦ ਗਿਰਦ ਪਰਿਕਰਮਾ ਕਰਦਿਆਂ ਸੱਜਲ ਨੇਤਰਾਂ ਨਾਲ ਦਰਸ਼ਨ ਕਰ ਅਗਾਂਹ ਲੰਘਦੀਆਂ ਜਾ ਰਹੀਆਂ ਸਨ। ਦਿੱਲੀ ਦੀ ਖਾਸ ਸੰਗਤ ਨਾਲ ਬੀਬੀ ਚਰਨ ਕੌਰ ਵੀ ਸੀ, ਜਿਸ ਦੀ ਅਦਭੁਤ ਹੱਡਬੀਤੀ ਵਿੱਚ ਇਹ ਪੜ੍ਹਿਆ ਜਾਵੇ ਕਿ ਕਿਵੇਂ ਇਸ ਅੰਤਮ ਸਮੇਂ ਲਈ ਬਾਬਾ ਜੀ ਨੇ ਕਿੰਨਾ ਚਿਰ ਪਹਿਲਾਂ ਹੀ 40 ਗਜ਼ ਖੱਦਰ ਬਣਾਉਣ ਦੀ ਸੇਵਾ ਬਖਸ਼ੀ ਹੋਈ ਸੀ, ਕਿਵੇਂ ਇਸ ਨੂੰ ਨਿਭਾਇਆ ਤੇ ਕਿਵੇਂ ਇਹ ਕੱਪੜਾ ਬਾਬਾ ਜੀ ਦੇ ਬਬਾਨ ਬਣਾਉਣ ਵਿੱਚ ਵਰਤਿਆ ਗਿਆ। ਇਸ ਦਿਨ 5 ਵਜੇ ਸ਼ਾਮ ਨੂੰ ਸਰਦਾਰ ਸੰਪੂਰਨ ਸਿੰਘ ਹੋਰੀ ਕਹਿਣ ਲੱਗੇ ਕਿ ਬਾਬਾ ਜੀ ਦਾ ਮਸਤਕ ਤੇ ਛਾਤੀ ਤਾਂ ਗਰਮ ਹਨ, ਚਿਹਰੇ ਤੇ ਨੂਰ ਹੈ, ਕੇਵਲ ਨਬਜ਼ ਨਹੀਂ ਚੱਲਦੀ। ਸ਼ਾਇਦ ਪ੍ਰਾਣ 10ਵੇਂ ਦੁਆਰ ਨਾ ਚੜ੍ਹਾਏ ਹੋਣ। ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਲਵੋ ਕਿ ਬਾਬਾ ਜੀ ਨੇ ਵਾਕਈ ਸਰੀਰ ਛੱਡ ਦਿੱਤਾ ਹੈ ਜਾਂ ਕਿਸੇ ਹੋਰ ਕਾਰਨ ਨਬਜ਼ ਬੰਦ ਹੈ। ਇਸ ਪਰ 7-8 ਸੰਗੀਆਂ ਦੇ ਇਕੱਠ ਹੋਣ ਪਰ ਦੇਗ ਸਜਾਈ ਗਈ। ਕਵੀ ਜੀ ਨੇ ਅਰਦਾਸਾ ਕੀਤਾ ਕਿ ਸੱਚੇ ਪਾਤਸ਼ਾਹ ਵਾਕਈ ਤੁਸਾਂ ਸਰੀਰ ਛੱਡ ਦਿੱਤਾ ਹੈ ਤਾਂ ਕੋਈ ਹੋਰ ਉਪਾਅ ਕਰਨ ਦੀ ਲੋੜ ਹੈ। ਉੱਤਰ ਸਰੀਰ ਛੱਡਣ ਦਾ ਤੇ ਆਵਾਜ਼ਾਂ ਭਾਣਾ ਮੰਨਣ ਦਾ ਆਇਆ। ਫਿਰ ਸੰਗਤ ਨੇ ਪਾਲਕੀ ਬਣਾਉਣੀ ਸ਼ੁਰੂ ਕੀਤੀ ਤੇ ਰਾਤੋਂ ਰਾਤ ਤਿਆਰ ਕਰ ਦਿੱਤੀ। ਪਰ ਦਿੱਲੀ ਵਾਲੇ ਸਾਰੇ ਸੰਗੀ ਕਹਿਣ ਕਿ ਬੇਸ਼ੱਕ ਜਲ ਪ੍ਰਵਾਹ ਤਾਂ ਸਤਲੁਜ ਦਰਿਆ ਵਿੱਚ ਕਰੋ, ਪਰ ਸਿਧਵਾ ਪੱਤਨ ਤੇ ਪਾਣੀ ਥੋੜ੍ਹਾ ਹੈ, ਹੋਰ ਹੇਠਾਂ ਜਾ ਕੇ ਫਿਰੋਜ਼ਪੁਰ ਹੈੱਡ ਤੇ ਜਾਇਆ ਜਾਵੇ। ਹਰੀਕਾ ਪੱਤਨ ਉਦੋਂ ਨਹੀਂ ਸੀ, ਪਰ ਬਾਬਾ ਜੀ ਦੇ ਹੁਕਮ ਅਨੁਸਾਰ ਸਰਦਾਰ ਰਤਨ ਸਿੰਘ ਤੇ ਕਪਤਾਨ ਸਾਹਿਬ ਸ਼ਾਮ ਨੂੰ ਕਾਰ ਵਿੱਚ ਬੈਠ ਕੇ ਸਿਧਵੀ ਗਏ। ਰਾਹ ਵਿੱਚ ਸਿਧਵਾਂ ਗੁਰਦੁਆਰੇ ਤੇ ਬਹੁਤ ਸਾਰੀ ਸੰਗਤ ਇਕੱਠੀ ਹੋਈ ਸੀ। ਜਦ ਉਹਨਾਂ ਕੋਲੋਂ ਇਕੱਠ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੇ
ਕਿ ਅਸੀਂ ਇਸ ਲਈ ਇਕੱਠੇ ਹੋਏ ਹਾਂ ਕਿ ਬਾਬਾ ਜੀ ਦੀ ਦੇਹ ਨੂੰ ਜਲ ਪ੍ਰਵਾਹ ਕਰਨਾ ਹੈ ਤੇ ਸਿੱਧਵਾਂ ਬੇਟ ਤੇ ਆਉਣਾ ਹੈ। ਸਾਡਾ ਸਾਰਾ ਪਿੰਡ ਇਕੱਠਾ ਹੋ ਗਿਆ ਹੈ, ਸਭ ਸਿੱਖ, ਹਿੰਦੂ, ਮੁਸਲਮਾਨ ਆਦਿ। ਅਸੀਂ 18 ਮਣ ਖੰਡ ਤੇ ਲਗਭਗ 200 ਮਣ ਆਟਾ ਤੇ ਹੋਰ ਰਸਦ ਆਦਿ, ਚਾਹ, ਲੱਸੀ, ਪਾਣੀ ਲਈ ਅੱਗੇ ਹੀ ਪ੍ਰਬੰਧ ਕਰ ਚੁੱਕੇ ਹਾਂ, ਜਿਵੇਂ ਕਿ ਉਹਨਾਂ ਨੂੰ ਬਾਬਾ ਜੀ ਦੀ ਅਗੰਮੀ ਢੰਗ ਨਾਲ ਸੋਝੀ ਪਈ ਹੁੰਦੀ ਹੈ। ਅਸਾਂ ਜਦ ਪਾਣੀ ਬਾਬਤ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ਪਾਣੀ ਬੇਅੰਤ ਹੈ, ਪਾੜਾ ਹੀ ਮੀਲ ਤੋਂ ਵੱਧ ਹੈ। ਪਾਣੀ ਕੀ ਦੱਸੀਏ। ਇਸ ਪਰ ਅਸੀਂ ਮੁੜ ਆਏ ਤੇ ਸੰਗਤ ਨੂੰ ਸਾਰਾ ਸਮਾਚਾਰ ਦੱਸਣ ਤੇ ਬਹੁਤ ਸਾਰੇ ਕਾਰੀਗਰਾਂ ਹੱਥੋਂ ਹੱਥ ਲੱਗ ਕੇ ਪਾਲਕੀ ਬਣਾਉਣ ਵਿੱਚ ਜੁਟ ਰਹੇ। ਸਵੇਰ ਤੱਕ ਸ਼ਾਨਦਾਰ ਪਾਲਕੀ ਤਿਆਰ ਹੋ ਗਈ। ਇੱਥੇ ਅੰਮ੍ਰਿਤਸਰ ਦੀ ਸੰਗਤ ਨਾਲ ਬੀਤੀ ਘਟਨਾ ਲਿਖਣਯੋਗ ਹੈ। ਪਤਾ ਲੱਗਣ ਪਰ ਭਗਤ ਭਗਵਾਨ ਦਾਸ ਤੇ ਚੌਧਰੀ ਜੀਵਨ ਸਿੰਘ ਦੀ ਅਗਵਾਈ ਹੇਠ ਸੰਗਤਾਂ ਨੇ ਇਕੱਠਿਆਂ ਹੋ ਆਉਣ ਜਾਣ ਦੀ ਲਾਰੀ ਕਰਕੇ ਸ਼ਾਮ ਨੂੰ ਚਾਲੇ ਪਾ ਦਿੱਤੇ ਹਨ। ਬੱਦੋਵਾਲ ਤੋਂ ਮੁੱਲਾਪੁਰ ਦੇ ਵਿਚਕਾਰ ਰਾਤ ਦੇ 12 ਵਜੇ ਸਨ ਕਿ ਇਹਨਾਂ ਦੀ ਲਾਰੀ ਖਰਾਬ ਹੋ ਗਈ। ਪੈਟਰੋਲ ਦੀ ਤੰਗੀ ਕਰਕੇ ਓਨੀ ਦਿਨੀ ਲਾਰੀਆਂ ਗੈਸ ਪਲਾਂਟ ਦੀਆਂ ਚੱਲਦੀਆਂ ਸਨ। ਪੂਰੀ 1.5 ਘੰਟਾ ਲਾਰੀ ਨਾਲ ਘੁਲਣ ਪਿੱਛੋਂ ਡਰਾਈਵਰ ਨੇ ਜਵਾਬ ਦੇ ਦਿੱਤਾ, ਇਹ ਕਹਿ ਕੇ ਕਿ ਹੁਣ ਤਾਂ ਸਵੇਰੇ ਹੀ ਪ੍ਰਬੰਧ ਹੋਵੇਗਾ। ਇਸ ਪਰ ਭਗਤ ਭਗਵਾਨ ਦਾਸ ਦੇ ਕਹਿਣ ਤੇ ਸੰਗਤ ਹੇਠਾਂ ਉਤਰ ਆਈ ਤੇ ਜੋੜੇ ਲਾ ਨਾਨਕਸਰ ਵੱਲ ਧਿਆਨ ਧਰ ਬਾਬਾ ਜੀ ਨੇ ਅਰਦਾਸਾਂ ਕਰ ਸਭ ਨੂੰ ਕਿਹਾ ਕਿ ਲਾਰੀ ਵਿੱਚ ਬੈਠ ਜਾਓ ਤੇ ਡਰਾਈਵਰ ਨੂੰ ਸਟਾਰਟ ਕਰਨ ਲਈ ਕਿਹਾ। ਹੁਣ ਉਹ ਲਾਰੀ ਸਟਾਰਟ ਹੋ ਗਈ ਤੇ 4 ਵਜੇ ਸਵੇਰੇ ਠਾਠ ਤੇ ਪੁੱਜ ਗਈ। ਸਵੇਰ ਦੇ ਕੀਰਤਨ ਦਾ ਭੋਗ ਪੈਣ ਉਪਰੰਤ ਆਖਰੀ ਤਿਆਰੀ ਸ਼ੁਰੂ ਕੀਤੀ ਗਈ। ਬਾਹਰਲੇ ਪਾਠਾਂ ਵਾਲੇ ਬਾਹਰਲੇ ਅਸਥਾਨ ਤੇ ਅਰਦਾਸਾਂ ਸੋਧ ਕੇ ਪਟਿਆਲੇ ਵਾਲੀ ਚਿੱਟੀ ਕਾਰ ਦੇ ਪਿੱਛੇ ਹਿੱਸੇ ਨੂੰ ਖੋਲ੍ਹ ਕੇ ਉਸ ਵਿੱਚ ਪਾਲਕੀ ਰੱਖੀ ਗਈ। ਵਿੱਚ ਬਾਬਾ ਜੀ ਦੀ ਪਾਵਨ ਦੇਹ ਨੂੰ ਇਸ ਤਰ੍ਹਾਂ ਲਿਟਾਇਆ ਗਿਆ ਕਿ ਛਾਤੀ ਤੋਂ ਉੱਪਰਲਾ ਹਿੱਸਾ ਬੈਠਵਾਂ ਸੀ ਤੇ ਸੰਗਤਾਂ ਨੂੰ ਬੜੇ ਸੋਹਣੇ ਦਰਸ਼ਨ ਹੁੰਦੇ ਸਨ। ਕਵੀ ਜੀ ਵੱਲੋਂ ਭੇਟਾ ਕੀਤਾ ਹੋਇਆ ਵਡਮੁੱਲਾ ਦੁਸ਼ਾਲਾ ਤੁਸਾਂ ਤੇ ਹੋਰ ਸੰਗਤਾਂ ਵੱਲੋਂ ਲਿਆਂਦੇ ਚਾਦਰੇ, ਦੁਸਾਲੇ, ਵੱਡੀ ਮਾਲਾ, ਛੋਟਾ ਸਿਮਰਨਾ, ਬੈਰਾਗਨ, ਗੜਵਾ, ਟਾਈਮ ਪੀਸ ਆਦਿ ਅੰਤਰਦਾਈ ਕੰਬਲ ਰੱਖ ਦਿੱਤੇ ਗਏ। ਕਵੀ ਜੀ ਅਨੁਸਾਰ ਇਹਨਾਂ ਚੀਜ਼ਾਂ ਬਾਬਤ ਸੁੱਤੇ ਹੀ ਜੈਸਾ ਕਿਸੇ ਸੇਵਕ ਦੇ ਮਨ ਵਿੱਚ ਆਇਆ ਉਸਨੇ ਕਰ ਦਿੱਤਾ, ਜਿਵੇਂ ਕਿ ਸਰੀਰ ਨੂੰ ਇਸ਼ਨਾਨ ਆਦਿ ਕਰਾ ਕੇ ਬਸਤਰ, ਦਸਤਾਰਾ ਆਦਿ ਨਾਲ ਵੀ ਸਜਾਇਆ ਜਾਂਦਾ ਹੈ। ਹੋਰ ਕੋਈ ਖਾਸ ਮਰਿਆਦਾ ਜਾਂ ਬਾਬਾ ਜੀ ਦੀ ਆਗਿਆ ਇਸ ਬਾਰੇ ਨਹੀਂ ਸੀ। ਸੇਵਕ ਜਾਂ ਸੰਬੰਧੀ ਜਿਤਨਾ ਕੁ ਕੇਵਲ ਸਰੀਰ ਨਾਲ ਹੁੰਦੇ ਹਨ, ਵੈਸਾ ਹੀ ਆਪਣੇ ਭਾਵਾਂ ਦਾ ਪ੍ਰਗਟਾਵਾ ਕਰ ਗਏ ਹਨ। ਅੰਤਮ ਜਲੂਸ ਤੇ ਜਲ ਪ੍ਰਵਾਹ। ਕਾਰਾਂ, ਬੱਸਾਂ, ਟਰੱਕਾਂ ਤੇ ਪੈਦਲ ਸੰਗਤਾਂ ਦੀਆਂ ਆ ਰਹੀਆਂ ਵਹੀਰਾਂ ਨੂੰ 9 ਵਜੇ ਤੱਕ ਦੋਨਾਂ ਪਾਸਿਓਂ ਦੀਆਂ ਗੱਡੀਆਂ ਵਿੱਚ ਆਈਆਂ ਸੰਗਤਾਂ ਨੂੰ ਦਰਸ਼ਨ ਕਰਨ ਦਾ ਅਵਸਰ ਦੇਣ ਉਪਰੰਤ ਸੋਮਵਾਰ 31 ਅਗਸਤ ਨੂੰ 10 ਕੁ ਵਜੇ ਪਾਲਕੀ ਨੂੰ ਠਾਠ ਤੋਂ ਬਾਹਰ ਲਿਆਂਦਾ ਗਿਆ। ਦਰਵਾਜ਼ੇ ਛੋਟੇ ਹੀ ਸਨ। ਸੰਗਤ ਦੀ ਭੀੜ ਬਹੁਤ ਹੋਣ ਕਰਕੇ ਕਈ ਕੰਧਾਂ ਜੋ ਸਭ ਕੱਚੀਆਂ ਹੀ ਹੁੰਦੀਆਂ ਸਨ ਨੂੰ ਢਾਹ ਕੇ ਰਾਹ ਖੁੱਲ੍ਹਾ ਕੀਤਾ ਗਿਆ। ਕਾਰਾਂ ਤੇ ਲਾਰੀਆਂ ਵਿੱਚ 4 ਕੁ ਜੱਥੇ ਰਾਗੀਆਂ ਦੇ ਸਨ। ਜਲੂਸ ਆਰੰਭ ਹੋਣ ਦੇ ਸਮੇਂ ਸਭ ਪਾਸਿਓਂ ਫੁੱਲਾਂ ਦੀ ਬਰਖਾ ਤੇ ਅਤਰ ਰਹੂ ਕਿਉੜਾ ਦੇ ਛਿੜਕਾਅ ਨਾਲ ਹੋ ਰਹੀ ਹੈ। ਬਾਬਾ ਜੀ ਤੇਰੀ ਜੈ ਜੈਕਾਰ ਦੇ ਗੂੰਜਵੀਆਂ ਸੁਰਾਂ ਵਿੱਚ ਜਲੂਸ ਟੁਰਿਆ। ਭੁਲੇਖੇ ਕਾਰਨ ਕਈ ਸ਼ਰਧਾਲੂ ਤਾਂ ਫਿਰੋਜ਼ਪੁਰ ਹੈੱਡ ਤੇ ਅਤੇ ਫਿਲੌਰ ਦੇ ਪੁਲ ਤੇ ਉਡੀਕ ਰਹੇ ਸਨ। ਠਾਠ ਤੇ ਜਿਹੜੀਆਂ ਸੰਗਤਾਂ ਸਮੇਂ ਸਿਰ ਨਾ ਪੁੱਜ ਸਕੀਆਂ, ਉਹ ਰਾਹ ਵਿੱਚ ਹੀ ਨਾਲੋਂ ਨਾਲ ਰਲਦੀਆਂ ਗਈਆਂ। ਪੱਕੀ ਸੜਕ ਤੇ ਚੜ੍ਹ ਜਗਰਾਓਂ ਦੇ ਚੁਰਸਤੇ ਤੋਂ ਮੁੜ ਕੇ ਸਿੱਧਵਾਂ ਬੇਟ ਵੱਲ ਜਾਂਦੀ ਪੱਕੀ ਸੜਕ ਉੱਤੇ ਹੌਲੀ ਹੌਲੀ ਇਹ ਸ਼ੌਕਮਈ ਜਲੂਸ ਚੱਲਦਾ ਗਿਆ। ਸਾਰੇ ਰਾਹ ਵਿੱਚ ਜੈ ਜੈਕਾਰ ਦੇ ਸ਼ਬਦ ਪੜ੍ਹੇ ਜਾਂਦੇ ਰਹੇ ਤੇ ਬੇਟ ਦੇ ਨੇੜੇ ਤੇੜੇ ਪੁੱਜਣ ਤੱਕ ਲਗਭਗ 1 ਲੱਖ ਦੀ ਭੀੜ ਹੋ ਗਈ। ਇਸ ਲਈ ਬੇਟ ਦੇ ਉਰਾਂ ਦੀ ਸਭ
ਟਰੱਕਾਂ ਤੇ ਲਾਰੀਆਂ ਨੂੰ ਤਾਂ ਖੜਾ ਕਰ ਦਿੱਤਾ ਗਿਆ, ਤਾਂ ਕੇਵਲ ਬਾਬਾ ਜੀ ਦੀ ਪਾਲਕੀ ਵਾਲੀਆਂ ਕਾਰ, ਰਾਗੀਆਂ ਦਾ ਟਰੱਕ ਤੇ ਕਪਤਾਨ ਸਾਹਿਬ ਦੀ ਕਾਰ ਨੂੰ ਅਗਾਂਹ ਜਾਣ ਦਿੱਤਾ ਗਿਆ। ਬਾਕੀ ਸਭ ਸੰਗਤ ਪੈਦਲ ਹੋ ਗਈ, ਪਰ ਪਹਿਲਾਂ ਆਏ ਡੂੰਘੇ ਤੇ ਬੁੜੇ ਨਾਲ ਨੂੰ ਇੱਕ ਵੱਡੇ ਬੇੜੇ ਵਿੱਚ ਬਹੁਤ ਸਾਰੀ ਸੰਗਤ ਨੂੰ ਪਾਰ ਕਰਾਇਆ ਗਿਆ। ਭਾਵੇਂ ਕਈਆਂ ਨੇ ਵੈਸੇ ਹੀ ਠਿਲਕੇ ਨਾਲ ਨੂੰ ਸਫਲਤਾ ਨਾਲ ਪਾਰ ਕਰ ਲਿਆ। ਇੱਥੋਂ ਅੱਗੇ ਇੱਕ ਛੋਟੇ ਜਿਹੇ ਪਿੰਡ ਦੇ ਕੋਲ ਪੁੱਜ ਕੇ ਫਿਰ ਸਾਰੀ ਸੰਗਤ ਨੇ ਜਲੂਸ ਦੀ ਸ਼ਕਲ ਬਣਾ ਲਈ ਤੇ ਪਾਲਕੀ ਨੂੰ ਮੋਢਿਆਂ ਤੇ ਚੁੱਕ ਵੱਡੇ ਦਰਿਆ ਦੇ ਕੰਢੇ ਤੇ ਜਾ ਉਤਾਰਿਆ ਤੇ ਇੱਕ ਵੱਡੀ ਸਾਰੀ ਟਾਹਲੀ ਹੇਠਾਂ ਰੱਖ ਕੇ ਫਿਰ ਸਭ ਨੂੰ ਬਾਬਾ ਜੀ ਦੇ ਪਿਆਰੇ ਤੇ ਪਾਵਨ ਸਰੂਪ ਦੇ ਅੰਤਮ ਦਰਸ਼ਨ ਕਰਾਏ ਗਏ, ਜਿਸ ਵਿੱਚ ਲਗਭਗ 2 ਘੰਟੇ ਲੱਗ ਗਏ। ਇੱਥੇ ਪਤਨ ਹੋਣ ਕਰਕੇ ਇੱਕ ਹੋਰ ਵੱਡੇ ਬੇੜੇ ਦਾ ਪ੍ਰਬੰਧ ਕਰਕੇ ਉਸ ਨਾਲ ਪਾਲਕੀ ਨੂੰ ਬੰਨ੍ਹ ਦਿੱਤਾ ਗਿਆ ਤੇ ਸਾਰੇ ਮੁਖੀ ਸੰਗੀ ਵੀ ਸਵਾਰ ਹੋ ਗਏ। ਦਰਿਆ ਬਹੁਤ ਚੜ੍ਹਿਆ ਹੋਇਆ ਸੀ। ਬੇੜੇ ਨੂੰ ਦਰਿਆ ਦੇ ਅੱਧ ਵਿੱਚ ਲੈ ਜਾ ਕੇ ਪਾਲਕੀ ਅੰਦਰ ਪਾਣੀ ਪੈਣ ਵਾਲੇ ਛੇਕ ਖੋਲ੍ਹ ਦਿੱਤੇ ਗਏ, ਪਰ ਕਾਫੀ ਪਾਣੀ ਪੈ ਜਾਣ ਦੇ ਪਿੱਛੋਂ ਵੀ ਪਾਲਕੀ ਡੁੱਬਣ ਤੇ ਨਾ ਆਵੇ, ਚੱਕਰ ਕੱਟ ਕੇ ਕੰਢੇ ਵੱਲ ਆ ਜਾਵੇ। ਇਸ ਦਾ ਵੀ ਕੋਈ ਖਾਸ ਕਾਰਨ ਜਾਪਦਾ ਸੀ, ਕਿਉਂਕਿ ਜਿਵੇਂ ਕਿ ਪਿੱਛੋਂ ਪਤਾ ਲੱਗਾ, ਲਾਹੌਰ ਦੇ ਸ਼ਰਧਾਲੂਆਂ ਦੀ ਕੁਝ ਸੰਗਤ ਹਾਲੀ ਪੁੱਜ ਰਹੀ ਸੀ। ਬੇੜਾ ਮਜਬੂਰਨ ਵਾਪਸ ਕੰਢੇ ਤੇ ਲੈ ਆਂਦਾ ਗਿਆ। ਇਤਨੇ ਚਿਰ ਵਿੱਚ ਉਹ ਸੰਗੀ ਵੀ ਪੁੱਜ ਗਏ, ਜਿਨ੍ਹਾਂ ਵਿੱਚ 2 ਕੁ ਅਤਿ ਸ਼ਰਧਾਲੂ ਸੱਜਣ ਹੀ ਸਨ। ਇੰਨੇ ਚਿਰ ਵਿੱਚ ਇੱਕ ਮਲਾਹ ਨੇ ਦੱਸਿਆ ਕਿ ਐਡੀ ਦੂਰ ਜੂ ਜਾਂਦੇ ਹੋ, ਨੇੜੇ ਹੀ ਪਾਣੀ ਚੱਕਰ ਖਾ ਰਿਹਾ ਹੈ ਤੇ ਬੜਾ ਡੂੰਘਾ ਹੈ। ਸੋ ਆਈ ਸੰਗਤ ਨੂੰ ਦਰਸ਼ਨ ਕਰਾਉਣ ਉਪਰੰਤ ਬੇੜੇ ਵਿੱਚ ਰੇਤਾ ਤੇ ਪੱਥਰ ਪਾਏ ਗਏ, ਜੋ ਸੰਗਤ ਝੱਟ ਇਕੱਠੀ ਕਰ ਲਿਆਈ। ਬੇੜੇ ਨੂੰ ਹੁਣ ਜਦ ਠੇਲਿਆ ਗਿਆ ਤਾਂ ਕੰਢੇ ਤੋਂ 10-15 ਫੁੱਟ ਹੀ ਗਿਆ ਹੋਵੇਗਾ ਕਿ ਪਾਲਕੀ ਥੱਲੇ ਬੈਠਣ ਲੱਗ ਪਈ। ਰੱਸੇ ਫਟਾਫਟ ਖੋਲ ਤੇ ਜਲ ਪ੍ਰਵਾਹ ਸੰਸਕਾਰ ਸੰਪੂਰਨ ਹੋ ਗਿਆ। ਸਿੱਧਵਾਂ ਦੇ ਸਿੱਖ ਜ਼ਿਮੀਂਦਾਰ ਜੋ ਚੰਗੀ ਤਰ੍ਹਾਂ ਚੁੱਭੀਆਂ ਮਾਰ ਸਕਦੇ ਸਨ, ਉਹਨਾਂ ਥੋੜ੍ਹੀ ਦੇਰ ਬਾਅਦ ਚੁੱਭੀ ਮਾਰ ਕੇ ਵੇਖਿਆ ਤਾਂ ਥੱਲੇ ਕੁਝ ਵਸਤ ਨਹੀਂ ਸੀ। ਦੱਸਿਆ ਕਿ ਪਾਲਕੀ ਤੇ ਤਾਂ 3-3 ਫੁੱਟ ਰੇਤਾ ਚੜ੍ਹ ਗਿਆ ਹੈ। ਪਤਨ ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਗਿਆ। ਐਨ ਇਸੇ ਥਾਂ ਤੇ ਸਰਦਾਰ ਸੰਪੂਰਨ ਸਿੰਘ ਜੀ ਅਨੁਸਾਰ ਇੱਕ ਵੇਰੀ ਬਾਬਾ ਜੀ ਨੇ ਇਸ਼ਨਾਨ ਵੀ ਕੀਤਾ ਸੀ ਤੇ ਫਰਮਾਇਆ ਸੀ ਕਿ ਇਹ ਥਾਂ ਬੜੀ ਸੋਹਣੀ ਹੈ। ਜਦ ਗੱਲ ਚੱਲੀ ਕਿ ਪਾਲਕੀ ਵਿੱਚ ਕੀਮਤੀ ਸਮਾਨ ਹੈ, ਲਾਲਚ ਵੀ ਆਣ ਕੇ ਕੋਈ ਕੱਢਣ ਦਾ ਯਤਨ ਨਾ ਕਰੇ ਤੇ ਇੱਕ ਇਸ ਤਰ੍ਹਾਂ ਬੇਅਦਬੀ ਵੀ ਹੋਵੇ, ਤਾਂ ਇਸ ਲਈ ਦਿਨ ਰਾਤ 3 ਦਿਨ ਪਹਿਰਾ ਰਿਹਾ। ਵਿਸ਼ਨੂੰ ਤੇ ਨਿਰੰਜਨ ਸਿੰਘ ਝੋਰਾਂ ਦਾ ਭਾਵੇਂ ਅਜ਼ਾਮਤ ਅਲੀ ਸਫੇਦਪੋਸ਼ ਦੀ ਅਗਵਾਈ ਹੇਠਾਂ ਸਾਰੇ ਨਗਰ ਨੇ ਕਿਹਾ, ਕਿਉਂ ਫਿਕਰ ਕਰਦੇ ਹੋ? ਜੇ ਸ਼ੱਕ ਹੈ ਤਾਂ ਅੱਖਾਂ ਨਾ ਕੱਢ ਦੇਈਏ। ਸਾਡੇ ਤਾਂ ਉਹ ਵਲੀ ਸਨ, ਸਾਡੇ ਤੇ ਉਹਨਾਂ ਦੀ ਬੜੀ ਮਿਹਰ ਸੀ। ਜਿਸ ਦਿਨ ਤੋਂ ਦੇਹਰਾਦੂਨੋਂ ਆਏ ਹਨ, ਸਾਡੇ ਪਸ਼ੂ ਰਾਜੀ ਹੋ ਗਏ ਹਨ, ਕੋਈ ਪਸ਼ੂ ਨਹੀਂ ਮਰਿਆ। ਉਹ ਤਾਂ ਸਾਡੀ ਹੀ ਬਿਹਤਰੀ ਲਈ ਇੱਥੇ ਆਏ, ਅਸੀਂ ਕਿਵੇਂ ਭੁੱਲ ਸਕਦੇ ਹਾਂ ਉਹਨਾਂ ਨੂੰ। ਇਸ ਵੇਲੇ ਸੰਧਿਆ ਕਾਲ ਸੀ। ਰਾਗੀ ਸਿੰਘ ਜੋ ਆਏ ਹੋਏ ਸਨ, ਸੂਰਜ ਕਿਰਨ ਮਿਲੀ, ਜਲ ਕਾ ਜਲ ਹੁਆ ਰਾਮ ਕੀ ਟੇਕ ਨਾਲ ਵੈਰਾਗਮਈ ਸ਼ਬਦਾਂ ਦਾ ਕੀਰਤਨ ਕਰ ਰਹੇ ਸਨ। ਕੀਰਤਨ ਦਾ ਭੋਗ ਪਾਉਣ ਉਪਰੰਤ ਕੀਰਤਨ ਸੋਹਿਲੇ ਦਾ ਪਾਠ ਕੀਤਾ ਗਿਆ ਤੇ ਸੰਗਤਾਂ ਨੂੰ ਇਸ ਤਰ੍ਹਾਂ ਚਾਲੇ ਪਾ ਕੇ 8 ਵਜੇ ਦੇ ਲਗਭਗ ਵਾਪਸ ਠਾਠ ਤੇ ਪੁੱਜੀਆਂ। ਸੋ ਪਾਠਕ ਜੀਓ, ਇਸ ਤਰ੍ਹਾਂ ਇਸ ਪਾਵਨ ਤੇ ਖੋਜ-ਪੁਤਕ ਚੋਲੇ ਦਾ ਤੱਤਾਂ ਵਿੱਚ ਮਿਲ ਜਾਣ ਪਰ ਇਸ ਮਹਾਨ ਤੇ ਅਦਭੁਤ ਸੰਸਾਰਕ ਜੀਵਨ ਲੀਲਾ ਸਮਾਪਤ ਹੋਈ। ਇਸ ਤੇ ਗੁਰਬਾਣੀ ਦੀਆਂ ਹੀ ਤੁਕਾਂ ਠੀਕ ਕੱਢਦੀਆਂ ਹਨ। ਧੰਨ ਧੰਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ करे संसार, नानक तिस जन को सदा नमस्कार। सेवक की ओढ़क निभि प्रीत, जीवत साहिब सेवियो, अपना चलते राखियो चीत। वाहिगुरु जी का खालसा, वाहिगुरु जी की फतेह।